ਪੁਰਾਣੀ ਪਾਰਟੀ ਜਿਹਦੇ ਨਾਲ ਤੁਹਾਡਾ ਪਰਿਵਾਰ ਦਾ ਖੂਨ ਪਸੀਨਾ ਜੁੜਿਆ ਸੀ ਉਹਨੂੰ ਅਲਵਿਦਾ ਕਹਿਣਾ ਪਿਆ? ਇਹਨਾਂ ਸਾਰਿਆਂ ਰਲ ਕੇ ਮੇਰਾ ਸਿਆਸੀ ਕਤਲ ਕੀਤਾ। ਅਸੀਂ ਤਾਂ ਸਾਰੀ ਜ਼ਿੰਦਗੀ ਲਾਤੀ, ਮੇਰੇ ਬਾਪ ਨੇ ਲਾਤੀ, ਦਾਦਾ ਜੀ ਨੇ ਲਾਤੀ। 40 ਸਾਲ, ਹੁਣ ਮੇਰੀ ਉਮਰ 58 ਸਾਲ ਦੀ ਹੋ ਗਈ। ਮੇਰਾ ਬਾਪ ਚਲੇ ਗਿਆ ਸੀ, ਮੈਨੂੰ ਇੱਕ ਵਾਰੀ ਪਰਖਦੇ ਤਾਂ ਸਹੀ ਨਾ। ਕਿਸਾਨ ਬੀਜੇਪੀ ਨਾਲ ਆਕੜੇ ਹੋਏ ਸੀਗੇ, ਲੜੇ ਹੋਏ ਸੀਗੇ, ਤੇ ਫਿਰ ਸਿਆਸੀ ਭਵਿੱਖ ਤੁਸੀਂ ਕਿਵੇਂ ਬੀਜੇਪੀ ਨਾਲ ਚੁਣ ਲਿਆ? ਤਾਂ ਕਾਂਗਰਸ ਨੇ ਵੇਖੋ ਤੁਹਾਡੇ ਸਾਹਮਣੇ ਕਿੰਨਾ ਕੁਛ ਕੀਤਾ, ਤੇ ਸਾਡੇ ਲੋਕਾਂ ਦੇ 3 ਵੀਰ ਪੰਜਾਬ ਦੀ ਵਾਂਗ ਡੋਰ ਦੇਤੀ ਹੈ। ਜਾਂ ਹੁਣ ਨੰਬਰ ਛਕਾ ਕੇ ਲੈ ਜੀ ਇਲੈਕਸ਼ਨ ਲੜਾਉਣਾ, ਜਦੋਂ ਜਿੱਤੇ ਸੀ ਆਪਾਂ ਗਿੱਦੜਵੇ ਵਾਲਾ, ਹਾਂ, ਕਿੱਧਰ ਗਏ ਅਮਰਤ ਇਹਨਾਂ ਲੋਕਾਂ ਦੇ? ਸਾਰੇ ਪੰਜਾਬ ਦੇ ਵਿੱਚ ਅਸੀਂ ਛੱਡੇ ਕੁਛ ਨਹੀਂ। ਸੁਖਬੀਰ ਸਿੰਘ ਬਾਦਲ ਆ ਕੇ ਉਹਦੇ ਕਾਗਜ਼ ਭਰਾ ਕੇ ਗਿਆ, ਆਪ ਕਾਗਜ਼ ਭਰਨ ਜੋਗਾ ਵੀ ਨਹੀਂ। ਅੱਛਾ। ਤੇ ਮਗਰੋਂ ਜੋ ਵੋਟਾਂ ਵਾਲੇ ਤਾਂ ਲੁੱਕ ਗਿਆ। ਹਾਂ। ਤੇ ਐਤਕੀ ਤੋਂ ਆਦੇ ਵੱਡੇ ਤੇ ਤੁਹਾਡੇ ਜੁੱਤੀਆਂ ਮਾਰਾਂਗੇ, ਸਾਨੂੰ ਝੂਠ ਹੀ ਬੋਲੀ ਗਿਆ। ਸਵੇਰੇ ਗੱਲ ਕੁਛ ਕਰਦਾ, ਦੁਪਹਿਰੇ ਕੁਛ ਕਰਦਾ, ਸ਼ਾਮ ਨੂੰ ਕੁਛ ਕਰਦਾ। ਅਸੀਂ ਉਹਦੇ ਪੈਸੇ ਵੀ ਦਿੱਤੇ ਆ ਇਕੱਠੇ ਕਰਕੇ ਭੈਣਾਂ ਭਰਾਵਾਂ ਤੋਂ। ਯਾਰ ਅਕਾਲੀ ਦਲ ਕਦੇ ਖਤਮ ਨਹੀਂ ਹੋਣਾ ਸੀ। ਤੁਹਾਡੇ ਲਈ ਵੀ ਇੱਕ ਚੁਣੌਤੀ ਹੈ ਕਿ ਪਿੰਡਾਂ ਦੇ ਵਿੱਚ ਤਾਂ ਬੀਜੇਪੀ ਦੀ ਵੋਟ ਹੈ ਨਹੀਂ। ਮੌਕਾ ਮਿਲਣ ਤੋਂ ਪਤਾ ਲੱਗੂਗਾ ਵੀ ਉਹ ਵਿਖੌਰਾ ਹੋ ਸਕਦਾ, ਚੰਗਾ ਵੀ ਹੋ ਸਕਦਾ, ਦੋਨੋਂ ਮਾੜਾ ਨਿਕਲ ਜੇ। ਤੇ ਬਾਅਦ ਦੀਆਂ ਗੱਲਾਂ 'ਚ ਸਾਰੇ ਹਲਕੇ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ, ਅੱਜ ਉਹ ਕਿਸੇ ਪਿੰਡ ਵੜਨ ਜੋਗਾ ਨਹੀਂ। ਇਹ ਹਾਲਾਤ ਬਣੇ ਪਏ, ਤੇ ਅੱਜ ਉਹ ਅਰਬਾਂ ਰੁਪਈਆਂ ਦਾ ਮਾਲਕ ਕਿੱਥੋਂ ਬਣ ਗਿਆ? 4 ਸਾਲ ਮੇਰੇ ਬਹਾਦਰ ਸਾਹਿਬ ਨੇ ਕੈਦ ਕੱਟੀ ਜੀ ਹੁਣ ਤੱਕ ਸਿਆਸੀ। ਜੀ। ਕੋਈ ਕੈਦ 1971 ਤੋਂ ਬਾਅਦ, ਫਿਰ ਐਮਰਜੈਂਸੀ ਦਾ ਮੋਰਚਾ ਆ ਗਿਆ, ਫਿਰ ਧਰਮ ਯੁੱਧ ਆ ਗਿਆ। 2022 ਦੇ ਇਲੈਕਸ਼ਨ ਦੇ ਵਿੱਚ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਹੈ, ਉਵੇਂ ਉਵੇਂ ਇੱਥੋਂ ਦਾ ਮਾਹੌਲ ਵੀ ਭਖਦਾ ਜਾ ਰਿਹਾ ਹੈ। ਸੋ ਹਮੇਸ਼ਾ ਮੇਰੀ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਰੂਬਰੂ ਕਰਾਈਏ ਜਿਨ੍ਹਾਂ ਦੇ ਨਾਲ ਰੂਬਰੂ ਕਰਾਉਣ ਦਾ ਇੱਕ ਖਾਸ ਮੰਤਵ ਵੀ ਹੋਵੇ। ਇਸ ਵਕਤ ਮੈਂ ਜੀਰੇ ਹਲਕੇ ਦੇ ਵਿੱਚ ਹਾਂ। ਸੋ ਮੇਰੇ ਨਾਲ ਇੱਕ ਟਕਸਾਲੀ ਅਕਾਲੀ ਪਰਿਵਾਰ। ਦੇਖੋ, ਇੱਕ ਬਹੁਤ ਵੱਡੀ ਗੱਲ ਹੈ ਕਿ ਲੋਕ ਟਕਸਾਲੀ ਸ਼ਬਦ ਜਦੋਂ ਵਰਤਦੇ ਨੇ ਤਾਂ ਉਹਦਾ ਇੱਕ ਮਹਿਣਾ ਹੁੰਦਾ। ਜਿਵੇਂ ਅਕਾਲੀ ਦਲ ਦੇ ਵਿੱਚ ਜਥੇਦਾਰ ਬਹੁਤ ਘੱਟ ਰਹਿ ਗਏ ਸੀ। ਸੋ ਮੈਂ ਇਸ ਵਕਤ ਜਥੇਦਾਰ ਹਰੀ ਸਿੰਘ ਜੀਰਾ ਹੋਰਾਂ ਦੇ ਘਰੇ ਖੜਾ ਤੇ ਉਹਨਾਂ ਦੇ ਸਪੁੱਤਰ ਅਵਤਾਰ ਸਿੰਘ ਜੀਰਾ, ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਲੱਗਿਆ। ਇਹ ਅਕਾਲੀ ਦਲ ਇਹਨਾਂ ਨੇ ਛੱਡਿਆ ਤੇ ਹੁਣ ਬੀਜੇਪੀ ਨਾਲ ਦੀ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਨੇ। ਸਰਦਾਰ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੇ ਉੱਤੇ। ਤੇ ਬਹੁਤ ਬਹੁਤ ਧੰਨਵਾਦ ਜੀ ਦਾਨਿਆਲੀਆ ਸਾਹਿਬ, ਤੁਸੀਂ ਇੱਥੇ ਆਏ ਹੋ। ਤੁਹਾਨੂੰ ਜੀ ਆਇਆਂ ਨੂੰ, ਤੁਹਾਡੇ ਸਾਰੇ ਪਰਿਵਾਰ ਨੂੰ ਜੀ ਸ਼ੁਕਰੀਆ ਜੀ। ਮੈਂ ਜਿਵੇਂ ਗੱਲ ਕੀਤੀ ਕਿ ਜਥੇਦਾਰ ਸਾਹਿਬ ਕਹਾਉਂਦੇ ਸੀ ਜੀਰਾ ਸਾਹਿਬ, ਜਥੇਦਾਰ ਬਹੁਤ ਘੱਟ ਲੋਕਾਂ ਦੀ ਕਿਸਮਤ 'ਚ ਹੁੰਦਾ ਜੇ ਆਪਾਂ ਗੱਲ ਕਰੀਏ ਤਾਂ। ਤੇ ਇਹੋ ਜਿਹਾ ਕੀ ਭਾਣਾ ਵਾਪਰਿਆ ਕਿ ਇੰਨੀ ਪੁਰਾਣੀ ਪਾਰਟੀ ਜਿਹਦੇ ਨਾਲ ਤੁਹਾਡਾ ਪਰਿਵਾਰ ਦਾ ਖੂਨ ਪਸੀਨਾ ਜੁੜਿਆ ਸੀ ਉਹਨੂੰ ਅਲਵਿਦਾ ਕਹਿਣਾ ਪਿਆ? ਸਭ ਤੋਂ ਪਹਿਲੀ ਗੱਲ ਤਾਂ ਵੀ ਜਥੇਦਾਰ ਸ਼ਬਦ ਜਿਹੜਾ ਹੈ ਇਹ ਸਾਡੇ ਪਰਿਵਾਰ ਦੇ ਨਾਲ, ਮੇਰੇ ਦਾਦਾ ਜੀ ਜਥੇਦਾਰ ਜਸਵੰਤ ਸਿੰਘ ਜੀ 50 ਸਾਲ ਸਰਕਲ ਦੇ ਪ੍ਰਧਾਨ ਹੀ ਰਹੇ ਜੀ। ਪੰਜਾਬੀ ਸੂਬੇ 'ਚ ਉਹਨਾਂ ਕੈਦਾਂ ਕੱਟੀਆਂ। ਮੇਰੇ ਪੜਦਾਦਾ ਜੀ ਸਰਦਾਰ ਚੰਨਣ ਸਿੰਘ ਜੀ 18 ਸਾਲ ਵਾਈਸ ਪ੍ਰਧਾਨ ਤੇ ਪ੍ਰਧਾਨ ਮਿਊਨਿਸਪਲ ਕਮੇਟੀ ਸਾਡੀ ਇੰਨੀ ਪੁਰਾਣੀ ਹੈ, ਪਾਰਟੀਸ਼ਨ ਤੋਂ ਪਹਿਲਾਂ ਰਹੇ। ਤੇ ਬਜ਼ੁਰਗਾਂ ਨੇ ਵੀ ਆਪਦਾ ਸਾਰਾ ਜੀਵਨ 1941 ਦਾ ਬਰਥ ਸੀ। ਤੇ ਪਹਿਲਾਂ ਸੰਤ ਫਤਿਹ ਸਿੰਘ ਦੇ ਜਦੋਂ ਗਏ ਜਥਾ ਲੈ ਕੇ ਦਿੱਲੀ, ਤੇ ਉਸ ਜਥੇ 'ਚ ਗਏ। ਉਸ ਵੇਲੇ ਮੇਰੀ ਉਮਰ ਜਿਹੜੀ ਸਿਰਫ 8 ਸਾਲ ਦੀ ਸੀ। ਸਾਰੀ ਜ਼ਿੰਦਗੀ ਸਾਡੇ ਪਰਿਵਾਰ ਨੇ 1982 ਦਾ ਮੈਂ ਤੁਰਿਆ ਜੀ, 40 ਸਾਲ ਮੈਨੂੰ ਹੋ ਗਏ ਆ। ਧਰਮ ਯੁੱਧ ਮੋਰਚੇ ਹੀ ਫਾਦਰ ਸਾਹਿਬ ਬਾਲ ਸਾਹਿਬ ਤੋਂ ਦੂਜਾ ਜਥਾ ਲੈ ਕੇ ਗਏ ਤੇ ਮੈਂ ਪਿੱਛੋਂ ਜਥੇ ਤੋਰਦਾ ਰਿਹਾ ਜੀ। ਵੀ ਕਹਿਣ ਦਾ ਭਾਵ ਜਥੇਦਾਰ ਸ਼ਬਦ ਜਿਹੜਾ ਬਹੁਤ ਔਖਾ ਲੱਗਦਾ ਹੈ। 4 ਸਾਲ ਮੇਰੇ ਬਹਾਦਰ ਸਾਹਿਬ ਨੇ ਕੈਦ ਕੱਟੀ ਜੀ ਹੁਣ ਤੱਕ ਸਿਆਸੀ। ਕੋਈ ਕੈਦ 1971 ਤੋਂ ਬਾਅਦ, ਫਿਰ ਐਮਰਜੈਂਸੀ ਦਾ ਮੋਰਚਾ ਆ ਗਿਆ, ਫਿਰ ਧਰਮ ਯੁੱਧ ਆ ਗਿਆ। ਜੋ ਸੰਘਰਸ਼ ਹੁੰਦਾ ਸੀ ਤੇ ਫਾਦਰ ਸਾਹਿਬ ਅੱਗੇ ਪਹਿਲਾ ਜਾਂ ਦੂਜਾ ਜਥਾ ਲੈ ਕੇ ਜਾਂਦੇ ਸੀ। ਦੂਜੀ ਤੁਸੀਂ ਗੱਲ ਕਹੀ ਵੀ ਅਕਾਲੀ ਦਲ ਹੋਣ ਦੇ ਬਾਵਜੂਦ ਤੁਸੀਂ ਕਿਉਂ ਪਾਰਟੀ ਛੱਡੀ? ਪਾਰਟੀ ਮੈਂ ਛੱਡੀ ਨਹੀਂ ਜੀ। ਇਹਨਾਂ ਸਾਰਿਆਂ ਰਲ ਕੇ ਮੇਰਾ ਸਿਆਸੀ ਕਤਲ ਕੀਤਾ। ਅੱਛਾ। ਜੇ ਆਪਣਾ ਕੋਈ ਵਰਕਰ ਹੈ ਉਹਦੀ ਮੌਤ ਹੋ ਜਾਂਦੀ ਹੈ ਤੇ ਆਪਾਂ ਕਹਿੰਦੇ ਵੀ ਇਹਦੇ ਬਾਪ ਬਜ਼ੁਰਗ ਨੇ ਸਾਰੀ ਜ਼ਿੰਦਗੀ ਸਾਡੇ ਨਾਲ
ਆਪਾਂ ਉਹਦੇ ਮੁੰਡੇ ਨੂੰ ਕਹਿੰਦੇ ਆ, ਉਹਦੀ ਵਾਈਫ ਨੂੰ। ਮੈਂ ਤੁਹਾਨੂੰ ਇੱਕ ਦੋ ਮਿਸਾਲਾਂ ਵੀ ਦਿੰਦਾ। ਸਾਡੇ ਚੇਅਰਮੈਨ ਸਾਹਿਬ ਸੀ ਮੱਲਾਂ ਵਾਲੇ ਤੋਂ, ਕੁਲਵੰਤ ਸਿੰਘ ਨੂੰ ਡਸਾਈ ਜਾਂਦੇ ਸੀ, ਉਹਦੀ ਡੈਥ ਹੋ ਗਈ ਜੀ। ਸਾਰਿਆਂ ਵਰਕਰਾਂ ਨੇ ਕਿਹਾ ਜੀ ਉਹ ਡੈਥ ਹੋ ਗਈ, ਅਸੀਂ ਉਹਦੀ ਵਾਈਫ ਨੂੰ ਚੇਅਰਪਰਸਨ ਬਣਾ ਦਈਏ, ਬਣਾਇਆ ਜੀ। ਅੱਛਾ, ਹੋਰ ਵੀ ਉਹਦੇ ਵਰਕਰ ਕਈ ਡੈਥ ਹੋ ਜਾਂਦੀ, ਜਿਸ ਤਰ੍ਹਾਂ ਕਿ ਸਰਪੰਚ ਦੀ ਉਹਦਾ ਬੱਚਾ। ਨਹੀਂ, ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਸਿਆਸੀ ਬੰਦੇ ਦਾ ਤਾਂ ਵਰਕਰ ਹੀ ਮੁੱਢ ਹੈ ਨਾ, ਉਦੋਂ ਬਿਨਾਂ ਤਾਂ ਉਹਦੀ ਗਤੀ ਨਹੀਂ। ਅਸੀਂ ਤਾਂ ਸਾਰੀ ਜ਼ਿੰਦਗੀ ਲਾਤੀ, ਮੇਰੇ ਬਾਪ ਨੇ ਲਾਤੀ, ਦਾਦਾ ਜੀ ਨੇ ਲਾਤੀ, 40 ਸਾਲ, ਹੁਣ ਮੇਰੀ ਉਮਰ 58 ਸਾਲ ਦੀ ਹੋ ਗਈ ਹੈ ਜੀ। ਤੇ ਜੇ ਇਹਨਾਂ ਨੇ, ਮੇਰਾ ਬਾਪ ਚਲੇ ਗਿਆ ਸੀ, ਮੈਨੂੰ ਇੱਕ ਵਾਰੀ ਪਰਖਦੇ ਤਾਂ ਸਹੀ ਨਾ, ਕਿਉਂਕਿ ਉਹਨਾਂ ਨੇ ਆਪਦੇ ਕਮਾਊ ਪੁੱਤ ਬਣਾਉਣੇ ਸੀ। ਹੁਣ ਜੇ ਜਰਮੇਜਾ ਸਿੰਘ ਮੌੜ ਤੋਂ ਮੰਤਰੀ ਰਿਹਾ, ਕੰਮ ਹੀ ਏਡੇ ਚੰਗੇ ਕੀਤੇ ਹੁੰਦੇ, ਤੇ ਜਗਦੇਵ ਸਿੰਘ ਕਮਾਲੂ ਨਾਲ ਇਲੈਕਸ਼ਨ ਲੜੇ ਤੇ 3 ਨੰਬਰ ਤੇ ਆਇਆ, ਉੱਥੋਂ ਜਾ ਕੇ ਫਿਰੋਜ਼ਪੁਰ ਭੇਜਤਾ। ਇਹ ਬੜਾ ਧੜੱਲੇਦਾਰ ਆ ਜੀ। ਮਿਊਨਿਸਪਲ ਕਮੇਟੀ ਦਾ ਇਲੈਕਸ਼ਨ ਸੀ ਤੇ ਸੁਖਬੀਰ ਸਿੰਘ ਬਾਦਲ ਆ ਕੇ ਉਹਦੇ ਕਾਗਜ਼ ਭਰਾ ਕੇ ਗਿਆ, ਆਪ ਕਾਗਜ਼ ਭਰਨ ਜੋਗਾ ਵੀ ਨਹੀਂ। ਅੱਛਾ, ਤੇ ਮਗਰੋਂ ਜੇ ਵੋਟਾਂ ਵਾਲੇ ਤਾਂ ਲੁੱਕ ਗਿਆ, ਮੁੜ ਕੇ ਪਤਾ ਵੀ ਉੱਥੇ ਦਾਲ ਨਹੀਂ ਗਲਦੀ, ਰਲ ਮਿਲ ਕੇ ਪਤਾ ਨਹੀਂ ਕੀ ਦੇਣ ਲੈਣ ਹੋਇਆ, ਕਮਾਊ ਪੁੱਤ ਕਰਕੇ ਤੇ ਮੇਰਾ ਇਹਨਾਂ ਨੇ ਸਿਆਸੀ ਕਤਲ ਕਰਤਾ। ਸਾਡਾ ਬਿਲਕੁਲ ਮਨ ਨਹੀਂ ਸੀ ਪਾਰਟੀ ਛੱਡਣ ਦਾ, ਜਿੱਥੇ ਪਿਓ ਦਾਦੇ ਨੇ। ਗੱਲ ਨਹੀਂ ਕੀਤੀ ਫਿਰ ਸੁਖਬੀਰ ਸਿੰਘ ਬਾਦਲ ਨਾਲ? ਉਹ ਗੱਲ ਕਰਦੇ ਕਿਹਦੇ ਨਾਲ ਜੀ? ਗੱਲ ਅਸੀਂ ਗਏ ਸੀ ਉੱਥੇ। ਅੱਛਾ, ਸਾਰੇ ਮੇਰੇ ਰਿਸ਼ਤੇਦਾਰ ਵਰਕਰ ਗਏ ਸੀ। ਆਂਦਾ ਜੀ ਮੈਂ ਤਾਂ ਰਿਪੋਰਟਾਂ ਲਈਆਂ, ਇਸ ਕਰਕੇ ਦੁਬਾਰਾ ਸਰਵੇ ਕਰ ਲੈ। ਆਂਦਾ ਮੈਂ ਦਿੱਲੀ ਇਲੈਕਸ਼ਨ ਤੇ ਚੱਲਿਆ, ਤੇ ਉੱਥੋਂ ਮੈਂ ਦਿੱਲੀ ਇਲੈਕਸ਼ਨ ਤੋਂ ਬਾਅਦ ਆਊਂਗਾ ਤੇ ਤੁਹਾਡਾ ਸਰਵੇ ਕਰਾਊਂਗਾ। ਤੇ ਦਿੱਲੀ ਇਲੈਕਸ਼ਨ ਤਾਂ ਸਾਨੂੰ ਵੜਨੀ ਕੋਈ ਨਹੀਂ ਦਿੰਦਾ ਜੀ ਅਕਾਲੀ ਦਲ ਨੂੰ। ਤੁਹਾਨੂੰ ਯਾਦ ਹੋਣਾ ਜਿਹੜਾ ਪਿਛਲਾ ਇਲੈਕਸ਼ਨ SGPC ਦਾ ਹੋਇਆ ਦਿੱਲੀ ਦਾ, DGMC ਦਾ ਜੀ, ਉਹਦੇ ਵਿੱਚ ਸਿਰਫ ਸਰਸਾ ਸਾਹਿਬ ਨੇ ਇਹਨਾਂ ਦੋ ਪਿਓ ਪੁੱਤਾਂ ਦੀ ਫੋਟੋ ਲਈ, ਬਾਲ ਸਾਹਿਬ ਦੀ, ਸੁਖਬੀਰ ਦੀ ਜੀ। ਤੇ ਐਤਕੀ ਤੋਂ ਆਦੇ ਵੱਡੇ ਤੇ ਤੁਹਾਡੇ ਜੁੱਤੀਆਂ ਮਾਰਾਂਗੇ, ਸਾਨੂੰ ਝੂਠ ਹੀ ਬੋਲੀ ਗਿਆ, ਦਿੱਲੀ ਤਾਂ ਗਿਆ ਹੀ ਨਹੀਂ। ਤੇ ਦਿੱਲੀ ਜਾ ਕੇ ਫਿਰ ਕਹਿੰਦਾ ਜੀ ਸਾਡਾ ਜਿਹੜਾ ਉਮੀਦਵਾਰ ਉਹ ਜਰਮੇਜਾ ਤੋਂ ਸਿੱਖ ਹੈ। ਫਿਰ ਬੰਦਾ ਕਿਸੇ ਜ਼ਬਾਨ ਤੇ ਤਾਂ ਰਵੇ ਨਾ, ਤੂੰ ਇੱਕ ਪਾਸੇ ਤਾਂ ਮੈਂ ਅਕਾਲੀ ਦਲ ਦਾ ਪ੍ਰਧਾਨ ਹੈ, ਸਵੇਰੇ ਗੱਲ ਕੁਛ ਕਰਦਾ, ਦੁਪਹਿਰੇ ਕੁਛ ਕਰਦਾ, ਸ਼ਾਮ ਨੂੰ ਕੁਛ ਕਰਦਾ। ਵੱਡੀ ਗੱਲ ਅਸੀਂ ਕੋਈ, ਸਾਡਾ ਪਰਿਵਾਰ ਇਕੱਲਾ ਨਹੀਂ ਜੀ। ਤੁਸੀਂ ਵੇਖੋ, ਇੱਕ ਵੀ ਅਕਾਲੀ ਦਲ ਦਾ ਸ਼ੁਰੂ ਕਰ ਲਓ, ਬਰਨਾਲਾ ਸਾਹਿਬ ਦਾ ਪਰਿਵਾਰ ਜੀ, ਜੈਦਾ ਟੌੜਾ ਦਾ ਪਰਿਵਾਰ, ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ, ਢੀਂਡਸਾ ਸਾਹਿਬ, ਤੁਹਾਡੇ ਗੁਲਸ਼ਨ ਜੀ, ਸੇਵਾ ਸਿੰਘ ਸੇਖਵਾਂ, ਸਾਡਾ ਪਰਿਵਾਰ, ਫਿਰ ਆਤਮਾ ਸਿੰਘ ਹੋਣੀ ਜਿਹੜੇ ਬੀਬੀ ਪਿੰਦਰਜੀਤ ਕੌਰ ਦਾ ਪਰਿਵਾਰ। ਕਹਿਣ ਦਾ ਭਾਵ ਵੀ ਸਾਰੇ ਬੰਦੇ ਇਹਨਾਂ ਨੇ ਤਾਂ ਐਂ ਵੀ ਪਾਸੇ ਧੱਕ ਕੇ ਟਿਕਟਾਂ ਕਿਹਨੂੰ ਦਿੱਤੀਆਂ ਜੀ? ਹੰਸਰਾਜ ਜੋਸ਼ਨ ਜੀ ਪਾਇਆ ਸਰੋਪਾ, ਪਾਰਟੀ ਦਾ ਜਨਰਲ ਸਕੱਤਰ ਟਿਕਟ। ਮਹਿੰਦਰ ਸਿੰਘ ਰਣਵਾ ਜੀ ਪਾਇਆ ਸਰੋਪਾ, ਪਾਰਟੀ ਦਾ ਜਨਰਲ ਸਕੱਤਰ। ਦੱਸੋ, ਅਸੀਂ ਤਾਂ ਜਿਹੜੇ ਦਫ਼ਤਰ ਹੁਣ ਬਹਿੰਦੇ ਉੱਥੇ ਚੌੜੇ ਹੋ ਕੇ 26 ਸੈਕਟਰ, ਅਸੀਂ ਉਹਦੇ ਵੀ ਪੈਸੇ ਦਿੱਤੇ ਜਗ੍ਹਾ ਖਰੀਦਣ ਦੇ। ਅੱਛਾ, ਵੀ ਉਹਦੇ 26 ਸੈਕਟਰ ਜਿਹੜਾ ਦਫ਼ਤਰ ਹੈ ਬਰਨਾਲਾ ਸਾਹਿਬ CMCਆਂ ਦੇ, ਆਪਾਂ ਜਗ੍ਹਾ ਜਿਹੜੀ ਹੈ ਇੰਨੀ ਕੁ ਬਚਾ ਲਈ ਹੈ ਜੀ, ਅਸੀਂ ਉਹਦੇ ਪੈਸੇ ਵੀ ਦਿੱਤੇ ਆ ਇਕੱਠੇ ਕਰਕੇ ਭੈਣਾਂ ਭਰਾਵਾਂ ਤੋਂ। ਯਾਰ ਜਿੰਨੇ ਉਹਨਾਂ ਵੇਲੇ ਚਲਾਉਂਦੇ ਫੰਡ ਵੀ ਲਾਓ। ਇਹਨਾਂ ਲੋਕਾਂ ਦੀ ਕੀ ਕੁਰਬਾਨੀ ਹੈ? ਜੇ ਬਾਦਲ ਸਾਹਿਬ ਆਪਦੇ ਪਰਿਵਾਰ ਨੂੰ ਅੱਗੇ ਨਾ ਲਿਆਉਂਦੇ, ਅਕਾਲੀ ਦਲ ਕਦੇ ਖਤਮ ਨਹੀਂ ਹੋਣਾ ਸੀ। ਤੁਸੀਂ ਦੱਸੋ, ਪਹਿਲਾਂ ਨਾ ਮਨਪ੍ਰੀਤ ਨੂੰ ਅੱਗੇ ਲਿਆਂਦਾ ਜੀ, ਮੈਨੂੰ ਅੱਜ ਵੀ ਯਾਦ ਹੈ। ਗੁਰਦੇਵ ਸਿੰਘ ਬਾਦਲ ਨੂੰ ਅੰਮ੍ਰਿਤ ਛਕਾ ਕੇ ਲਿਆਏ ਤੇ ਮੈਨੂੰ ਪੈਟਰੋਲ ਪੰਪ ਤੇ ਮਿਲ ਗਏ। ਮੈਂ ਕਿੱਧਰਾਂ ਦੇ ਕਾਕਾ ਨੂੰ ਅੰਮ੍ਰਿਤ ਛਕਾ ਕੇ ਲਿਆਇਆ ਜੀ, ਇਲੈਕਸ਼ਨ ਲੜਾਉਣਾ ਜਦੋਂ ਜਿੱਤੇ ਸੀ ਆਪਾਂ ਗਿੱਦੜ ਵਾਲਾ। ਹਾਂ, ਕਿੱਧਰ ਗਏ ਅੰਮ੍ਰਿਤ ਇਹਨਾਂ ਲੋਕਾਂ ਦੇ? ਉਦੋਂ ਬਾਅਦ ਸੁਖਬੀਰ ਜੀ ਆ ਗਏ, ਸੁਖਬੀਰ ਜੀ ਤੋਂ ਬਾਅਦ ਬੀਬਾ ਜੀ ਆ ਗਏ, ਬੀਬਾ ਜੀ ਤੋਂ ਬਾਅਦ ਮਜੀਠੀਆ ਸਾਹਿਬ ਆ ਗਏ, ਕੈਰੋਂ ਸਾਹਿਬ ਆ ਗਏ। ਹੁਣ ਕੈਰੋਂ ਸਾਹਿਬ ਨੂੰ 2 ਟਿਕਟਾਂ ਮੰਗਦੇ ਸੀ, ਰੌਲਾ ਕੀ ਸੀ ਉਹਨਾਂ ਦਾ ਜੀ। ਤੇ ਮਜੀਠੀਆ ਸਾਹਿਬ ਤੋਂ ਬਾਅਦ ਉਹਨਾਂ ਤਨਵੀਰ PA ਆ ਗਿਆ, ਤੇ PA ਹੁਣ ਆਪ ਅੰਮ੍ਰਿਤਸਰ ਆ ਗਏ, ਤੇ ਉੱਥੇ ਬੀਬਾ ਗਰੀਬ ਕੌਰ ਜੀ ਆ ਗਏ। ਦੱਸੋ ਵੀ ਫਿਰ ਘਰੇਲੂ ਕਹਿਣ ਦਾ ਭਾਵ, ਜੇ ਸੈਂਟਰ 'ਚ ਵਜ਼ੀਰੀ ਦੇਣੀ ਸੀ ਉਹ ਬੀਬਾ ਹਰਸਿਮਰਤ ਨੂੰ ਦਿੱਤੀ। ਜੇ ਸਾਰਾ ਕੁਝ ਆਪਦੇ ਘਰੇ ਨਾ ਵਾੜਦੇ ਤੇ ਕਦੇ ਸਾਰੀ ਜ਼ਿੰਦਗੀ ਅਕਾਲੀ ਦਲ ਖਤਮ ਨਹੀਂ ਹੋਣਾ ਸੀ, ਨਾ ਰਹਿਣਾ ਸੀ। ਅਸੀਂ 10 ਸਾਲ ਸਰਕਾਰ ਰਹੇ, ਸਾਡਾ ਬਾਪ ਤਾਂ ਇਹ ਆਂਦੇ ਬਾਪ ਆਪਦੇ ਨੂੰ। ਦੱਸੋ, ਇੰਨੀ ਬੰਦਾ ਸੀਨੀਅਰ ਹੋਵੇ, ਜੇ ਹੁਣ ਮਿਨਿਸਟਰ ਬਣਾਉਣੇ, ਉੱਥੇ ਸਾਡਾ ਹੱਕ ਇਹਨਾਂ ਲੋਕਾਂ ਨੇ ਮਾਰਿਆ। ਕਹਿਣ ਦਾ ਭਾਵ ਵੀ ਸਾਰਾ ਕੁਝ ਆਪਦੇ ਕੋਲ ਇਹਨਾਂ ਲੋਕਾਂ ਨੇ ਰੱਖਿਆ। ਸਾਰੇ ਪੰਜਾਬ ਦੀਆਂ ਬੱਸਾਂ ਲੁੱਟ ਲਈਆਂ। ਇੰਡੋ ਕੈਨੇਡੀਅਨ ਵਾਲੇ ਤੇ ਸਾਡੇ ਬੋਤੀਆਂ ਵਾਲੇ, ਉਹ ਸਾਡਾ ਬਜ਼ੁਰਗ ਆ ਸੰਤੋਖ ਸਿੰਘ ਜੀ, ਉਹਨਾਂ ਦੀ ਪੋਤਰੀ ਵਈ ਉਹਨਾਂ ਜੀ, ਤੇ ਆਂਦੇ ਸਾਨੂੰ ਬੱਸਾਂ ਦੇ ਦਿਓ। ਉਹਨਾਂ 4 ਸਾਲ ਬੱਸਾਂ ਅੰਦਰ ਲਾ ਛੱਡੀਆਂ, ਤੇ ਆਂਦੇ ਚਲ ਨਾ ਚਲਾਵਾਂਗੇ, ਸਾਨੂੰ ਕੀ ਫਰਕ, ਉਹ ਕੈਨੇਡਾ ਰਹਿੰਦੀ ਸੀ। ਮੁੜ ਕੇ ਹੋਇਆ ਕਿ ਵੀ ਜਦੋਂ 5 ਸਾਲਾਂ ਮਾੜੀ ਕਿਸਮਤ ਉਹਨਾਂ ਦੀ ਸਰਕਾਰ ਫਿਰ ਇਹਨਾਂ ਦੀ ਬਣ ਗਈ। ਉਹ ਫਿਰ ਇਹਨਾਂ ਦਾ ਮੈਨੇਜਰ ਲੱਖੀ ਚਲਾ, ਪੈਸੇ ਚਿੰਨੇ ਦੁੱਗਣੇ ਲਓ। ਵੀ ਕਹਿੰਦਾ ਬਸ ਸਾਰੇ ਪੰਜਾਬ ਦੇ ਵਿੱਚ ਅਸੀਂ ਛੱਡੇ ਕੁਛ ਨਹੀਂ, ਚਾਹੇ ਰੇਤਾ, ਚਾਹੇ ਬੱਜਰੀ ਹੈ, ਚਾਹੇ ਕੇਬਲ ਹੈ, ਜੋ ਲੱਗੇ ਹੀ ਅਸੀਂ ਇਸ ਗੱਲ ਤੇ। ਫਿਰ ਲੋਕ ਸਾਨੂੰ
ਅਕਾਲੀ ਦਲ ਵੀ ਇੱਕ ਇਤਿਹਾਸ ਵੀ ਲਿਖਿਆ ਜਾਊਗਾ ਜਿਸ 'ਚ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਖਿਆ ਜਾਊਗਾ ਵੀ ਅਕਾਲੀ ਦਲ ਇਹਨਾਂ ਲੋਕਾਂ ਨੇ ਖਤਮ ਕਰਤਾ 100 ਸਾਲ। ਚਲੋ ਇਹ ਤਾਂ ਤੁਸੀਂ ਅਕਾਲੀ ਦਲ ਦੀ ਗੱਲ ਤਾਂ ਸੁਣਾਤੀ, ਪਰ ਬੀਜੇਪੀ ਵਿੱਚ ਜਾਣ ਵਾਲੀ ਗੱਲ ਜੀ ਵੀ ਮੈਨੂੰ ਕਿਤੇ ਜੱਚੀ ਜੀ ਨਹੀਂ ਥੋੜੀ ਜੀ ਵੀ। ਜੇ ਆਪਾਂ ਗੱਲ ਕਰੀਏ ਕਿ ਜਿਵੇਂ ਪੰਜਾਬ ਦੇ ਵਿੱਚ ਦੋਸ਼ ਲੱਗਦੇ ਰਹੇ ਨੇ ਕਿ ਬੀਜੇਪੀ ਜਿਹੜੀ ਆ ਐਂਟੀ ਸਿੱਖ ਹੈ, ਸਿੱਖਾਂ ਦੀ ਜਿਹੜੀ ਗੱਲ ਨਹੀਂ ਕਰਦੀ, ਉਧਰੋਂ ਕਿਸਾਨ ਬੀਜੇਪੀ ਨਾਲ ਆਕੜੇ ਹੋਏ ਸੀਗੇ, ਲੜੇ ਹੋਏ ਸੀਗੇ, ਤੇ ਫਿਰ ਸਿਆਸੀ ਭਵਿੱਖ ਤੁਸੀਂ ਕਿਵੇਂ ਬੀਜੇਪੀ ਨਾਲ ਚੁਣ ਲਿਆ? ਮੇਰੇ ਕੋਲੇ ਜੂਨ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਗੁਪਤਾ ਜੀ ਜੀ, ਅਸ਼ਵਨੀ ਸ਼ਰਮਾ ਜੀ, ਉਹਨਾਂ ਦੇ ਨਾਲ ਜੇ ਜਨਰਲ ਸਕੱਤਰ ਆ ਜੀਵਨ ਗੁਪਤਾ ਜੀ, ਤੇ ਸ਼ੈਲੇ ਜੀ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਅਸੀਂ ਤੁਹਾਨੂੰ ਮਿਲਣਾ ਹੈ। ਜੀ, ਮੈਂ ਹਾਓ ਜੀ ਐਨ ਘਰੇ ਜਾਂਦੇ ਚਾਹ ਦਾ ਕੱਪ ਪੀਣਾ 8 ਸੈਕਟਰ ਮੇਰੇ ਕੋਲ ਘਰੇ ਪਹੁੰਚ ਗਏ। ਸਾਡੀ ਸਵਾ ਘੰਟਾ ਮੀਟਿੰਗ ਚੱਲੀ। ਜੀ, ਉਹਨਾਂ ਨੇ ਸਾਰਾ ਇਹ ਦੱਸਿਆ ਵੀ ਮੋਦੀ ਸਾਹਿਬ ਦੇ ਆਹ ਕੰਮ ਮੈਂ ਗਣਾਈ ਦਿੰਦਾ ਵੀ ਸਾਰੇ ਗਣਾਏ ਵੀ ਆ ਕੋਰੀਡੋਰ ਵੇਖ ਲਓ, ਆਪਾਂ ਸਾਰੀ ਸਿੱਖ ਸੰਗਤ ਅਰਦਾਸ ਕਰਦੀ ਸੀ ਵੀ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਜੀ, ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਦਰਸ਼ਨ ਮੈਂ ਪਹਿਲੇ ਜਥੇ 'ਚ ਕਰਕੇ ਆਇਆ। ਜੀ, ਜਿਹੜੇ 1984 ਕਤਲੇਆਮ ਹੋਇਆ ਸੀ, ਜੀ, ਸੱਜਣ ਕੁਮਾਰ ਅੱਗੇ ਜਿਹੜੇ ਭਗੌੜੇ ਸੀਗੇ, ਦੁਬਾਰਾ ਕੇਸ ਉਹਨਾਂ ਦੇ FIR ਨਵੀਆਂ ਦਰਜ ਕਰਕੇ, ਕੱਲੀਆਂ FIR ਦਰਜ ਨਹੀਂ ਕੀਤੀਆਂ, ਆਪਦੇ ਵਕੀਲ ਵੀ ਖੜੇ ਕੀਤੇ CBI ਕੋਰਟ ਦੇ ਵਿੱਚ KVT ਪਾਈਆਂ, ਜਿਹਦੀ ਬਦੌਲਤ ਅੱਜ ਵੀ ਸੱਜਣ ਕੁਮਾਰ ਵਰਗੇ ਜੇਲ੍ਹਾਂ ਦੇ ਵਿੱਚ ਬੈਠੇ। ਜੀ, ਦੂਜਿਆਂ ਦੀ ਤਿਆਰੀ ਹੈ। ਜਿੰਨੇ ਦਿੱਲੀ ਦੇ ਵਿੱਚ ਜਾਂ ਹੋਰ ਸ਼ਹੀਦ ਹੋਏ ਸੀ ਸਾਡੇ ਆਪਣੇ ਸਿੱਖ ਪਰਿਵਾਰ, ਸਾਰਿਆਂ ਨੂੰ 5-5 ਲੱਖ ਰੁਪਈਆ, 5 ਲੱਖ ਰੁਪਈਆ ਨਾਲ ਜ਼ਖਮਾਂ ਤੇ ਮਲਮ ਲੱਗੀ ਹੈ। ਹਾਂ ਬਿਲਕੁਲ। ਤੇ ਜੇ ਆਪਾਂ ਕਹੀਏ ਵੀ ਜੇ ਉਹਦੀ ਚਲਾ ਗਿਆ, ਜੇ ਆਪਾਂ ਆਖੀਏ ਉਹਦਾ ਮੁੱਲ ਤਾਂ ਕੋਈ ਅਨਮੋਲ ਆ ਜੀ, ਮੁੱਲ ਦੇ ਹੀ ਨਹੀਂ ਸਕਦੇ ਉਹਦਾ, ਉਹ ਨਹੀਂ ਪੂਰਤੀ ਹੁੰਦੀ। ਹਾਂਜੀ। ਫਿਰ ਹੋਰ ਵੇਖ ਲਓ ਉਸ ਤੋਂ ਬਾਅਦ ਸਾਰੇ ਕੰਮ ਸਿੱਖਾਂ ਦੇ ਜੇ ਪਿੱਛੇ ਮਨਾਈਆਂ ਸ਼ਤਾਬਦੀਆਂ ਆਪਾਂ ਜੀ, ਮੋਦੀ ਸਾਹਿਬ ਨੇ ਉਹਨਾਂ ਦੇ ਵਿੱਚ ਵੀ ਹਿੱਸਾ ਪਾਇਆ, ਪਟਨਾ ਸਾਹਿਬ ਵੀ ਗਏ। ਬਾਕੀ ਤੁਸੀਂ ਗੱਲ ਜਦੋਂ ਮੇਰੇ ਕੋਲ ਬੈਠੇ, ਮੈਂ ਕਿਹਾ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹੈ। ਸਭ ਤੋਂ ਪਹਿਲਾਂ ਸਾਡੇ ਵਾਸਤੇ ਕਿਸਾਨੀ ਦਾ ਮੁੱਦਾ ਹੈ ਜੀ, ਕਿਉਂਕਿ ਮੈਂ ਵੀ ਕਿਸਾਨ ਹਾਂ ਤੇ ਕਿਸਾਨ ਦਾ ਪੁੱਤ ਹੈ। ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰ ਦਿਓ। ਤੁਸੀਂ ਦੁਬਾਰਾ ਮੈਨੂੰ ਫੋਨ ਨਾ ਕਰਿਆ, ਮੈਂ ਆ ਕੇ ਜੁਆਇਨ ਕਰ ਲੂੰਗਾ, ਕਿਉਂਕਿ ਜਿਹੜੇ ਪਾਰਟੀਆਂ ਤੇ ਸੁਖਬੀਰ ਵਰਗੇ ਪ੍ਰਧਾਨ ਬਹਿ ਜਾਣ, ਜਿੰਨਾ ਚਿਰ ਇਹ ਹੈਗੇ ਸਾਡਾ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਕਾਂਗਰਸ ਜਮਾਤ ਨੇ ਜੋ ਕੁਝ ਸਾਡੇ ਨਾਲ ਕੀਤਾ ਹੈ, ਤੇ ਅਸੀਂ ਤਾਂ ਇਹਨਾਂ ਦੇ ਅਸੂਲ ਵੇਖ ਕੇ ਤਾਂ ਕਰਕੇ ਮੈਂ ਆਪਦੀ ਆ ਪਾਰਟੀ ਜੁਆਇਨ ਕਰੂੰਗਾ। ਚਲੋ ਕਿਸਾਨੀ ਮਸਲਾ ਹੱਲ, ਮੋਦੀ ਜੀ ਦਾ ਧੰਨਵਾਦ ਆ। ਵੇਖੋ ਸਭ ਤੋਂ ਪਹਿਲਾਂ ਗੁਰਪੁਰਬ ਵਾਲੇ ਦਿਨ ਗੁਰੂ ਸਾਹਿਬ ਕੋਲ ਜਾ ਕੇ ਨਮਸਕਾਰ ਕੀਤਾ, ਸਾਰੇ ਜ਼ਿਮੀਂਦਾਰਾਂ ਤੋਂ ਮਾਫੀ ਮੰਗੀ, ਤੇ ਆਪਣੇ ਦਾ ਤੁਹਾਨੂੰ ਪਤਾ ਵੀ ਕੌਮ 'ਚ ਲਿਖਿਆ ਵੀ ਜੇ ਮਾਫੀ ਮੰਗ ਲੈ ਤਾਂ ਦੇਣੀ। ਆਪਾਂ ਤਾਂ ਵੈਸੇ ਅਰਦਾਸ 'ਚ ਵੀ ਭੁੱਲਾਂ ਬਖਸ਼ਾਉਣੇ, ਭੁੱਲਾਂ ਤੇ ਦੇਣੀ ਹੁੰਦੀ ਹੈ। ਤੇ ਕਾਂਗਰਸ ਨੇ ਵੇਖੋ ਤੁਹਾਡੇ ਸਾਹਮਣੇ ਕਿੰਨਾ ਕੁਛ ਕੀਤਾ, ਤੇ ਸਾਡੇ ਲੋਕਾਂ ਦਾ 3 ਵੀਰ ਨੂੰ ਪੰਜਾਬ ਦੀ ਵਾਂਗ ਡੋਰ ਦੇਤੀ ਹੈ। ਜਾਂ ਹੁਣ ਕੀ ਖਿਲਵਾੜ ਕਰੀ ਜਾਂਦੇ ਸਾਰੇ ਵੇਨੇ ਆ, ਚੰਨੀ ਹੋਣੀ ਕੀ ਕਰੋਨਾ ਰੁਪਈਆ ਘਰੋਂ ਲੱਭੀ ਜਾਂਦਾ ਜੀ। ਸੋ ਹੁਣ ਤੁਸੀਂ ਜਾਣਦੇ ਹੋ ਜੀਰੇ ਦੇ ਵਿੱਚ, ਇਹ ਤਾਂ ਆਪਾਂ ਨੂੰ ਵੀ ਪਤਾ ਕਿ ਤੁਹਾਡੇ ਲਈ ਵੀ ਇੱਕ ਚੁਣੌਤੀ ਹੈ ਕਿ ਪਿੰਡਾਂ ਦੇ ਵਿੱਚ ਤਾਂ ਬੀਜੇਪੀ ਦੀ ਵੋਟ ਹੈ ਨਹੀਂ, ਕਿਉਂਕਿ ਇਲਾਕਾ ਵੀ ਨਵਾਂ, ਤੇ ਨਾ ਹੀ ਇੱਥੋਂ ਕਿਤੇ ਬੀਜੇਪੀ ਦਾ MP ਖੜਾ ਹੋਇਆ, ਨਾ ਹੀ MLA ਖੜਾ ਹੋਇਆ, ਤੇ ਚੋਣ ਨਿਸ਼ਾਨ ਫੁੱਲ ਵੀ ਜਿਹੜਾ ਉਹ ਤਾਂ ਪਿੰਡਾਂ ਵਾਲਿਆਂ ਨੂੰ ਹਜੇ ਪਤਾ ਨਹੀਂ ਲੱਗਣਾ। ਫਿਰ ਨਹੀਂ ਵੇਖੋ ਜੀ, ਅਵੇਅਰਨੈਸ ਆ, ਲੋਕ ਬਹੁਤ ਸਿਆਣੇ ਆ। ਸਾਡੇ ਪਰਿਵਾਰ ਨੇ ਜੀ, ਮੇਰੇ ਫਾਦਰ ਸਾਹਿਬ 1977 ਦੇ ਵਿੱਚ ਸਭ ਤੋਂ ਪਹਿਲਾਂ MLA ਬਣੇ ਸੀ ਜੀ। ਅਸੀਂ ਲੋਕਾਂ ਦੀ ਸੇਵਾ ਕੀਤੀ ਹੈ। ਅਸੀਂ ਅੱਜ ਕੱਲ੍ਹ ਦੇ ਲੀਡਰਾਂ ਨੂੰ ਜਰਮੇਜਾ ਸੋ ਸਿੱਖ ਹੋਂ ਜਾਂ ਕੁਲਵੀਰ ਸਿੰਘ ਜੀਰਿਆਂ ਨੂੰ ਲੋਕਾਂ ਨੂੰ ਲੁੱਟਿਆ ਨਹੀਂ। ਲੋਕ ਅੱਜ ਵੀ ਸਾਡੇ ਤੇ ਇਤਬਾਰ ਕਰਦੇ ਆ, ਕਿਉਂਕਿ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ। ਹਰ ਇੱਕ ਬੰਦੇ ਨੂੰ ਪਤਾ, ਹੁਣ ਤੁਹਾਨੂੰ ਪਤਾ ਮੋਦੀ ਜੀ ਆ ਰਹੇ ਸੀ ਫਿਰੋਜ਼ਪੁਰ ਜੀ, ਤੇ ਨੁਕਸਾਨ ਇਹਨਾਂ ਇਕੱਠੇ ਹੋ ਗਏ, ਕੁਝ ਕਿਸਾਨ ਯੂਨੀਅਨਾਂ ਕਾਂਗਰਸੀ ਸ਼ਹਿਰ ਤੇ ਅੱਗੇ ਲੱਗ ਕੇ, ਜੇ ਮੋਦੀ ਜੀ ਆ ਗਏ ਉਹਨਾਂ ਨੇ ਇੰਨਾ ਕੁਝ ਦੇ ਕੇ ਜਾਣਾ ਸੀ। 48,000 ਕਰੋੜ ਦੇ ਤਾਂ ਪੇਪਰ ਜੀ ਆ ਗਏ ਸੀ ਜਿਹੜੇ ਤੁਹਾਨੂੰ ਦੇਣੇ ਸੀ। ਬਾਕੀ ਆ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ 5 ਕਿੱਲੇ ਤੋਂ ਘੱਟ ਜਿਹੜਾ ਅੱਜ ਉਹਨਾਂ ਮੈਨੀਫੈਸਟੋ ਜਾਰੀ ਕੀਤਾ, ਕਰਜ਼ਾ ਮਾਫ, ਹੋਰ ਜਿਹੜੀਆਂ ਵੱਡੀਆਂ ਸਾਡੀ ਮੰਗ ਸੀ ਵੀ ਇੱਥੋਂ ਤੁਸੀਂ ਹਸੈਨੀ ਵਾਲਾ ਬਾਰਡਰ ਖੋਲ੍ਹੋ ਜੀ, ਕੋਈ ਇੱਥੋਂ ਪਹਿਲਾਂ ਵੀ ਅੰਗੂਰ ਜਾਂਦੇ ਰਹੇ ਵੀ ਲੋਕਾਂ ਨੂੰ ਇੰਨੀ ਕਾਸ ਸੀ ਵੀ ਇੰਡਸਟਰੀਅਲਿਸਟਾਂ ਨੂੰ ਵੀ ਖੁੱਲੂ। ਵੇਖੋ ਨੁਕਸਾਨ ਕਿਹਦਾ ਹੋਇਆ ਜੀ, ਜੋ ਕੁਝ ਵੀ ਨਵਾਂ ਬਣੂਗਾ, ਇਹ ਪੱਠੇ ਇੱਟਾਂ ਵਿਕਣਗੀਆਂ, ਲੇਬਰ ਦਾ, ਡਾਕਟਰ ਸਾਡੇ ਬੱਚੇ ਪੜ੍ਹੇ ਉਹ ਲੱਗਣਗੇ, ਹਸਪਤਾਲ ਖੁੱਲ੍ਹਣਗੇ। ਆਪਾਂ ਇਸੇ ਕੰਮ ਤੋਂ ਬਾਹਰ ਤੋਂ ਪਿੱਛੇ ਆਨੇ ਜੀ। ਅਵਤਾਰ ਜੀ, ਇੱਕ ਚੀਜ਼ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਜਡਮੇਜਾ ਸਿੰਘ ਸੇਖੋਂ ਤੇ ਕੁਲਵੀਰ ਜੀਰਾ ਤੁਹਾਡੇ ਟਾਰਗੇਟ ਤੇ ਨੇ, ਤੀਜੇ ਆਪਣੇ ਆਮ ਆਦਮੀ ਪਾਰਟੀ ਦੇ ਕੀ ਨਾ ਉਹਨਾਂ ਦਾ ਬਾਈ ਦਾ ਨਰੇਸ਼ ਕਟਾਰੀਆ, 3 ਬੰਦੇ ਨੇ। ਸੋ ਦੋਵਾਂ ਦੀ ਤਾਂ ਤੁਸੀਂ ਕਹਾਣੀ ਸੁਣਾਤੀ ਵੀ ਇਹ ਆਏ ਨੇ, ਤੇ
ਅਸਲ ਜੀਰੇ ਹਲਕੇ ਦੇ ਮੁੱਦੇ, ਚਲੋ ਇਹ ਤਾਂ ਪੋਲੀਟੀਕਲ ਆਪਾਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਪਰ ਕੁਝ ਮੁੱਦੇ ਵੀ ਹੁੰਦੇ ਨੇ ਜੀਰੇ ਹਲਕੇ ਦੇ। ਕੀ ਮੁੱਦੇ? ਨਹੀਂ ਵੇਖੋ ਜੀ, ਜਿਹੜਾ ਬੰਦਾ ਇਥੋਂ ਮੈਂ ਤਿੰਨਾਂ ਦੇ ਬਰੀਫ ਕਰ ਦਿੰਦਾ। ਹੁਣ ਜਨਮੇਜਾ ਸਿੰਘ ਸਿੱਖੋਂ ਜੀ 15 ਸਾਲ ਮੰਤਰੀ ਰਹੇ। ਹਾਂਜੀ। ਮੇਰੇ ਫਾਦਰ ਸਾਹਿਬ 10 ਮਹੀਨੇ ਮੰਤਰੀ ਰਹੇ ਜੀ। ਉਹਨਾਂ 10 ਮਹੀਨੇ ਸਾਰੇ ਹਲਕੇ ਦੇ ਨਹਿਰੀ ਖਾਲੇ ਪੱਕੇ ਕਰਤੇ ਸੀ ਜੀ। 15 ਸਾਲ ਜਨਮੇਜਾ ਸਿੰਘ ਮੰਤਰੀ ਰਿਹਾ। ਤਿੰਨ ਕੰਮ ਜਿਹੜੇ ਉਹਨੇ ਕੀਤੇ ਉਹ ਮੈਨੂੰ ਪਤਾ ਹੈ। ਇੱਕ ਤਾਂ ਉਹਨੇ ਸਾਡੇ ਹਲਕੇ ਦੇ ਸਾਰੇ ਮੋਗੇ ਉੱਚੇ ਕਰਕੇ ਝਾਲਾਂ ਤੋੜ ਕੇ ਤੇ ਉੱਚੇ ਕਰਕੇ ਪਾਣੀ ਆਪਦੇ ਛਾਉਣੀ ਲੈ ਗਿਆ। ਜੀ। ਮੇਰੇ ਫਾਦਰ ਸਾਹਿਬ ਵੀ ਜਾਂਦੇ ਸੀ, ਇਲਾਕੇ ਦੇ ਲੋਕ ਵੀ ਜਾਂਦੇ ਸੀ ਤੇ ਕਿਸੇ ਦੀ ਉਹਨੇ ਗੱਲ ਨਹੀਂ ਸੁਣੀ। ਅੱਜ ਤੱਕ ਸਾਡੇ ਮੋਗਿਆਂ 'ਚ ਪਾਣੀ ਨਹੀਂ ਪੈਂਦਾ। ਇਹ ਕੰਮ ਤਾਂ ਉਹਨੇ ਉਹ ਕੀਤਾ। ਦੂਜਾ, ਨਹਿਰਾਂ ਦੀ 3 ਕੈਟਾਗਰੀ ਹੁੰਦੀਆਂ, A ਕਲਾਸ, B ਕਲਾਸ, C ਕਲਾਸ। A ਕਲਾਸ 24 ਘੰਟੇ ਚੱਲਦੀ ਹੈ। B ਕਲਾਸ ਜਿਹੜੀ ਸਿਆਲ ਦੇ ਵਿੱਚ ਵੀ ਆਪਾਂ ਕਣਕਾਂ ਨੂੰ ਪਾਣੀ ਦਿੰਦੇ ਹਾਂ। C ਕਲਾਸ ਜਿਹੜੀ ਇਕੱਲੇ ਝੋਨੇ ਦੀ ਲੱਗਦੀ। ਸਾਡਾ ਏਰੀਆ ਪਾਣੀ ਉੱਤੇ ਹੋਣ ਕਰਕੇ B ਕਲਾਸ ਸੀ, ਉਹਨੇ C ਕਰਤੀਆਂ। ਹੁਣ ਸਿਆਲ 'ਚ ਪਾਣੀ ਨਹੀਂ ਆਉਂਦਾ। ਤੀਸਰਾ, ਇਹਨੇ ਦਰਿਆ 'ਚ ਪਹਿਲਾਂ ਪੈਲੀ ਨੱਪੀ ਸੀ, ਪੱਲੇ ਮਿੱਗੇ, ਸਾਡੇ ਫਲੱਡ ਆ ਗਏ ਜੀ। ਜਦੋਂ ਦਰਿਆ ਇਹਨੇ ਬੰਨ ਨਾ ਚੱਕਿਆ ਵੀ ਮੇਰਾ ਝੋਨਾ ਡੁੱਬਦਾ ਤੇ ਸਾਡੇ ਬੰਨ ਟੁੱਟ ਗਿਆ, ਸਾਰੇ ਮਹੂ ਪਾਣੀ, ਗਰੀਬ ਜਿੰਨੇ ਰਾਏ ਸਕ ਬੇਟੇ ਉਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ। ਇਹ 3 ਕੰਮ ਤਾਂ ਮੈਨੂੰ ਯਾਦ ਹੈ। ਉਹ ਇਲੈਕਸ਼ਨ ਦੇ ਤੇ ਲੜਦਾ 15 ਸਾਲਾਂ 'ਚ ਇੱਕ ਨਿਸ਼ਾਨੀ ਦੱਸੇ ਕਿ ਨਹਿਰੀ ਮੰਤਰੀ ਰਿਹਾ, ਸੜਕ ਦਾ ਮੰਤਰੀ ਰਿਹਾ, ਵੀ ਆ ਮੈਂ 1 ਫੁੱਟ ਸੜਕ ਬਣਾਈ ਹੈ ਜੀ, ਆ ਮੈਂ ਖਾਲਾ ਰਿਪੇਅਰ ਕੀਤਾ, ਆ ਮੈਂ ਕੱਸੀ ਨਵੀਂ ਕੱਢੀ ਹੈ। ਇਸ ਕਰਕੇ ਇੱਕ ਕੰਮ ਉਹਨੇ ਜ਼ੋਰ ਕੀਤਾ। ਉਹ ਗੁਰਿੰਦਰ ਭਾਪੇ ਵਾਲਾ ਤੁਹਾਨੂੰ 1000 ਕਰੋੜ ਦਾ ਸਕੈਂਡਲ ਦਾ ਪਤਾ ਹੈ ਵੀ ਕਿੰਨੇ ਸਕੈਂਡਲ ਹੈ। ਇੱਕ ਇਨਸਾਨ ਸੁਸਾਇਟੀ ਦੇ ਵਿੱਚ ਸੇਲਜ਼ਮੈਨ ਭਰਤੀ ਹੁੰਦਾ ਤੇ ਜਗਮੀਤ ਸਿੰਘ ਬਰਾੜ ਦੀ ਭੂਆ ਦਾ ਲੜਕਾ ਸੰਧੂ ਜਿਹੜਾ ਚੰਡੀਗੜ੍ਹ ਸੱਕਾਣੀ ਵਾਲਾ ਵਕੀਲ ਹੈ, ਇਹ ਡਿਸਮਿਸ ਹੋਇਆ ਐਜ਼ ਏ ਸੇਲਜ਼ਮੈਨ ਨਾਟ ਏ ਸੈਕਟਰੀ ਤੇ ਅੱਜ ਉਹ ਅਰਬਾਂ ਰੁਪਈਆਂ ਦਾ ਮਾਲਕ ਕਿੱਥੋਂ ਬਣ ਗਿਆ। ਮੇਰਾ ਕਤਲ ਇਸ ਗੱਲ 'ਚ ਕੀਤਾ ਗਿਆ ਵੀ ਉਹ ਕਮਾਊ ਪੁੱਤ ਆ ਬਾਦਲਾਂ ਦਾ। ਟਿਕਟ ਮੇਰੀ ਉਹਨਾਂ ਕੱਢਤੀ ਜੀ। ਤੇ ਦੂਜੇ ਦੀ ਗੱਲ ਸਾਡੇ MLA ਦੀ, ਉਹਨੇ 5 ਸਾਲ ਜੋ ਕੁਛ ਕੀਤਾ, ਰੇਤਾ ਵੇਚ, ਸਾਰੇ ਹਲਕੇ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ, ਅੱਜ ਉਹ ਕਿਸੇ ਪਿੰਡ ਵੜਨ ਜੋਗਾ ਨਹੀਂ। ਇਹ ਹਾਲਾਤ ਬਣੇ ਪਏ। ਤੇ ਤੀਜਾ ਜਿਹੜਾ ਸਾਡਾ ਨਰੇਸ਼ ਕਟਾਰੀਆ, ਉਹ ਤਾਂ ਵਿਚਾਰਾ ਮੈਂ ਕਹੂੰਗਾ ਤਾਂ ਵੀ ਉਹਨੂੰ ਮੌਕਾ ਨਹੀਂ ਮਿਲਿਆ। ਜਦੋਂ MLA ਬਣਿਆ ਉਦੋਂ ਸਰਕਾਰ ਬਾਲ ਸਾਹਿਬ ਦੀ ਸੀ ਤੇ ਮੌਕਾ ਮਿਲਣ ਤੋਂ ਪਤਾ ਲੱਗੂਗਾ ਵੀ ਉਹ ਵਿਖੌਰਾ ਹੋ ਸਕਦਾ, ਚੰਗਾ ਵੀ ਹੋ ਸਕਦਾ, ਦੋਨੋਂ ਮਾੜਾ ਨਿਕਲ ਜੇ। ਇਹ ਬਾਅਦ ਦੀਆਂ ਗੱਲਾਂ ਜੀ, ਇਹ ਤਾਂ ਪਰਮਾਤਮਾ ਨੂੰ ਪਤਾ ਜੀ। ਸੋ ਤੁਸੀਂ ਖਾਸ ਕਰਕੇ ਜੇ ਗੱਲ ਕਰਦੇ ਤੇ ਤਾਂ ਤੁਸੀਂ ਆਪਣੇ ਜਿਹੜੀ ਤੁਹਾਡੇ ਨਾਲ ਵਾਪਰੀ ਉਹ ਤੁਸੀਂ ਦੱਸਦੀ। ਹੁਣ ਲੋਕਾਂ ਜਾਣਦੇ ਹੋ ਤੁਹਾਡਾ ਏਜੰਡਾ ਕੀ ਹੁੰਦਾ ਲੋਕਾਂ ਦੇ ਵਿੱਚ। ਠੀਕ ਹੈ, ਸਰਦਾਰ ਹਰੀ ਸਿੰਘ ਜੀਰਾ ਹੋਰਾਂ ਦਾ, ਜਥੇਦਾਰ ਸਾਹਿਬ ਦਾ ਨਾਮ। ਅਸੀਂ ਤਾਂ ਇੱਕੋ ਬੇਨਤੀ ਕਰਦੇ ਹਾਂ ਵੀ ਜੇ ਤਾਂ ਤੁਹਾਡੇ ਨਾਲ ਕੋਈ ਠੱਗੀ ਮਾਰੀ ਸਾਡੇ ਪਰਿਵਾਰ ਨੇ ਜੀ, ਕੋਈ ਲੁੱਟਿਆ, ਸਾਡੇ ਪਰਿਵਾਰ ਨੇ ਕਿਸੇ ਦੀ ਜ਼ਮੀਨ ਤੇ 1 ਮਰਲਾ ਕੋਈ ਗਰਦੌਰੀ ਕਰਾਈ ਹੈ, ਕਿਉਂਕਿ ਇੱਥੇ ਹਜ਼ਾਰਾਂ ਏਕੜ ਦਰਿਆ ਵਗਦਾ, ਲੋਕਾਂ ਦੀ ਜ਼ਮੀਨਾਂ ਭਾਵੇਂ ਜੋ ਅਸੀਂ ਮਰਜ਼ੀ ਕਰੀ ਜਾਂਦੇ, ਉਹ ਸਾਡੇ ਪਰਿਵਾਰ ਨੂੰ ਸੰਤੁਸ਼ਟੀ ਹੈ। ਇਸ ਕਰਕੇ ਇਹ ਤਾਂ ਪਰਮਾਤਮਾ ਹੀ ਦਇਆ ਹੈ। ਪ੍ਰਸ਼ਾਦਾ ਹਰ ਇੱਕ ਇਨਸਾਨ ਛਕ ਕੇ ਸੌਂਦਾ ਹੈ, ਉਹ ਆਪਾਂ ਨੂੰ ਮਹਾਰਾਜ ਨੇ ਦਿੱਤਾ ਹੈ। ਸਾਡੀ ਅੱਜ ਵੀ ਸੋਚ ਨਹੀਂ, ਅਸੀਂ ਜਿਹੜੀ ਸਿਆਸਤ ਕਰਦੇ ਹਾਂ ਇਹ ਸਾਫ਼ ਸੁਥਰੀ ਕਰਦੇ ਹਾਂ, ਨਾ ਸਾਡੀ ਇਹ ਸੋਚ ਹੈ। ਸਾਰੇ ਭੈਣ ਭਰਾ ਇੱਥੇ ਨੇ ਵੀ ਆ ਜੀ, ਕੋਈ ਗੱਲ ਨਹੀਂ, ਮਿਹਨਤ ਕਰਾਂਗੇ, ਆਪੇ ਉਸ ਗੱਲ ਦਾ ਬੂਰ ਪੈਂਦਾ ਜੀ। ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਆਹ ਗੱਲ ਹੈ। ਚਲੋ ਹੁਣ ਪਤਾ ਲੱਗਦਾ ਜਾਂਦਾ ਵੀ ਸਾਰਾ ਕੁਝ ਸਹੀ ਹੈ। ਜੋ ਮੋਦੀ ਸਾਹਿਬ ਦਾ ਦੌਰਾ ਕੈਂਸਲ ਹੋਇਆ, ਲੋਕ ਤਾਂ ਗਾਲਾਂ ਕੱਢਦੇ ਆ ਵੀ ਸਾਨੂੰ ਮਿਲਿਆ ਕੁਝ ਨਹੀਂ। ਜਿਹੜਾ ਪ੍ਰਧਾਨ ਮੰਤਰੀ ਹੁੰਦੇ ਆ ਉਹ ਨਾ ਕਿ BJP ਦੀ ਨਹੀਂ, ਉਹ ਸਾਰਿਆਂ ਦੇ ਸਾਂਝੀ ਹੁੰਦੀ ਹੈ। ਇਲੈਕਸ਼ਨ ਤੱਕ ਪਾਰਟੀਆਂ ਹੁੰਦੀਆਂ, ਉਹਨਾਂ ਸਾਰੇ ਜਿਵੇਂ ਆਪਦੇ ਮਾਂ-ਬਾਪ ਨੂੰ ਬੱਚੇ ਇੱਕ ਪਿਆਰੇ ਹੁੰਦੇ, ਉਹਨਾਂ ਸਾਰਿਆਂ ਦਾ ਵੇਖਣਾ ਹੁੰਦਾ ਹੈ। ਇਸ ਕਰਕੇ ਉਹ ਵੀ ਆਪਣਾ ਨੁਕਸਾਨ ਹੋਇਆ ਜੀ। ਤੇ ਐਜੂਕੇਸ਼ਨ ਦੀ ਕੀ ਸਥਿਤੀ ਹੈ ਇੱਥੇ ਇਲਾਕੇ ਦੇ ਵਿੱਚ? ਐਜੂਕੇਸ਼ਨ ਦਾ ਵੇਖੋ, ਸਕੂਲ ਸਕਾਲ ਤਾਂ ਐਵੇਂ ਅਸੀਂ ਆਖੀਏ ਬਣਾਏ ਆ ਜੀ। ਮੇਰੇ ਫਾਦਰ ਸਾਹਿਬ ਨੇ 1977 'ਚ ਪਹਿਲੀ ਵਾਰੀ MLA ਬਣੇ ਸੀ। ਉਸ ਵੇਲੇ ਆਦਰਸ਼ ਸਕੂਲ ਸਿਆਦਾ ਸੰਸਥਿਕ ਬਣਾਇਆ ਸੀ ਜੀ। ਦੋਨਾਂ ਪਿੰਡਾਂ ਦੇ ਮੇਰਾ 1-2 ਗਿਣਤੀ ਦੇ 5-5 ਬੱਚੇ ਹੋਣਗੇ ਜਿਹੜੇ ਉਹਨਾਂ ਵੇਲੇ ਸਾਡੇ ਹੁਣ ਤਾਂ ਬਜ਼ੁਰਗ ਹੈ ਜੇ ਸਰਵਿਸ ਤੇ। ਜਦੋਂ ਦਾ 77 ਦਾ ਸਕੂਲ ਬਣਿਆ ਜੀ, ਤੇ ਹਰ ਮੇਰੇ 2 ਪਿੰਡਾਂ ਦੇ 50 ਬੱਚੇ ਉੱਥੇ ਸਰਵਿਸ ਕਰਦੇ। ਸਾਡੇ ਗੁਰਬਾਜ ਸਿੰਘ ਹਾਕੀ ਦਾ ਪਲੇਅਰ ਹੋਇਆ ਇੰਡੀਆ ਲੈਵਲ ਦਾ, ਉਹਨੂੰ ਸਰਕਾਰ ਨੇ ਐਜ਼ ਏ DSP ਭਰਤੀ ਕੀਤਾ, ਜੋ SP ਦੀ ਸੇਵਾ ਨਿਭਾ ਰਿਹਾ। ਤੇ ਬਥੇਰੇ +2 ਕੀਤੇ ਆ, ਸਾਰੇ 150 ਕਿਲੋਮੀਟਰ ਦੇ ਕਰੀਬ ਸੜਕਾਂ ਪ੍ਰਧਾਨ ਮੰਤਰੀ ਯੋਜਨਾ 'ਚ ਬਣਾਈਆਂ। ਕਾਂਗਰਸ ਰਾਜ ਨੇ ਇੱਕ ਵੀ ਨਹੀਂ ਬਣਾਈ ਪ੍ਰਧਾਨ ਮੰਤਰੀ ਯੋਜਨਾ 'ਚ। ਵੀ ਡਿਵੈਲਪਮੈਂਟ ਕੀਤੀ ਕਰਕੇ ਹਰ ਪਿੰਡ ਕੁਛ ਨਾ ਕੁਛ ਕੀਤਾ, ਕਿਤੇ ਸੜਕ, ਕਿਤੇ ਸਕੂਲ ਜੀ। ਸਾਨੂੰ ਨਿਸ਼ਾਨੀ ਹੈਗੀ ਹੈ ਤੁਹਾਡੀ? ਨਿਸ਼ਾਨੀ ਸਾਨੂੰ ਇਸੇ ਕਰਕੇ ਲੋਕ ਪਿਆਰ ਕਰਦੇ ਜੀ। ਸਰਦਾਰ ਅਵਤਾਰ ਸਿੰਘ ਜੀਰਾ ਹੋਰਾਂ ਦੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ? ਜੇਕਰ ਇਹਨਾਂ ਤੋਂ ਕੁਝ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਸਵਾਲਾਤ ਨੇ ਤਾਂ ਹੇਠਾਂ ਕਮੈਂਟ ਜਾਂ ਇਨਬਾਕਸ ਕਰ ਦੇਣਾ। ਅਗਲੀ ਗੱਲਬਾਤ ਦੇ ਵਿੱਚ ਤੁਹਾਨੂੰ ਉਹਨਾਂ ਸਵਾਲਾਂ ਦੇ ਜਵਾਬ ਵੀ ਦਵਾਵਾਂਗੇ। ਫਿਲਹਾਲ
ਸਾਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਸਮਾਂ ਦਿੱਤਾ ਧੰਨਵਾਦ ਤੇ ਜੀ। ਸਾਡੇ ਕੰਨਿਓ ਤੁਹਾਨੂੰ ਧੰਨਵਾਦ ਸ਼ੁਭ ਕਾਮਨਾਵਾਂ, ਮਿਹਰਬਾਨੀ। ਸੋ ਇੱਕ ਹੋਰ ਸ਼ਖਸੀਅਤ ਦੇ ਨਾਲ ਫਿਰ ਮੁਲਾਕਾਤ ਹੋਏਗੀ ਇੱਕ ਨਵੇਂ ਐਪੀਸੋਡ ਦੇ ਵਿੱਚ।